So, hello everyone, welcome to Rajdev Prep Academy. This is your mentor Rhythm Rajdev. ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਤੁਹਾਡਾ ਜਿਹੜਾ ਲੈਕਚਰ ਕੈਡਰ ਦਾ ਨੋਟੀਫਿਕੇਸ਼ਨ ਹੈ ਉਹ ਤਾਂ ਡਿਟੇਲ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਗਿਆ ਹੋਵੇਗਾ। ਤੇ ਹੁਣ ਆਪਾਂ ਜੇ ਕੈਮਿਸਟਰੀ ਦੀ ਪ੍ਰੈਪਰੇਸ਼ਨ ਕਰਨੀ ਹੈ ਤਾਂ ਆਪਾਂ ਨੂੰ ਉਹਦੇ ਜਿਹੜੇ PYQs ਨੇ, ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਉਹ ਪਤਾ ਹੋਣੇ ਚਾਹੀਦੇ ਹੈ। ਤੇ ਆਪਾਂ ਇਹ ਵੀ ਚੈੱਕ ਕਰਨਾ ਹੈ ਕਿ ਆਪਣੀ ਤਿਆਰੀ ਕਿੰਨੀ ਹੋਈ ਹੈ। ਹੁਣ ਇਸ ਵੀਡੀਓ 'ਚ ਆ ਨਹੀਂ ਹੈ ਕਿ ਮੈਂ ਤੁਹਾਨੂੰ ਆ ਦੱਸਾਂਗੀ ਕਿ ਇੱਕ ਇੱਕ ਕੁਐਸਚਨ ਸੋਲਵ ਕਰਕੇ 150 ਕੁਐਸਚਨ ਮੈਂ ਤੁਹਾਨੂੰ ਸੋਲਵ ਕਰਾਣੇ ਆ। ਕੁਝ ਚੈਪਟਰ ਜਿਹੜੇ ਤੁਹਾਨੂੰ ਨਹੀਂ ਵੀ ਆਉਂਦੇ, ਤੁਹਾਨੂੰ ਐਂ ਲੱਗੇ ਕਿ ਆਪਣੇ ਕੋਲ ਤਾਂ ਹੋ ਹੀ ਨਹੀਂ ਰਿਹਾ, ਨਹੀਂ। ਜਦੋਂ ਆਪਾਂ PYQs ਦੇਖਦੇ ਆ ਨਾ, ਆਪਣੇ ਦੇਖਣ ਦਾ ਇੱਕ ਨਜ਼ਰੀਆ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲੀ ਚੀਜ਼ ਆਪਾਂ ਕੀ ਨੋਟਿਸ ਕਰਨਾ ਹੈ ਇਸ ਕਲਾਸ ਦੇ ਵਿੱਚ ਕਿ ਆਪਾਂ ਨੂੰ ਕਿਹੜੇ ਕਲਾਸ ਤੋਂ ਪੁੱਛਿਆ, 11 12 ਤੋਂ ਪੁੱਛਿਆ ਹੈ ਜਾਂ ਫਿਰ ਬੈਚਲਰਸ ਤੋਂ ਪੁੱਛਿਆ ਹੋਇਆ ਹੈ ਜਾਂ ਫਿਰ ਮਾਸਟਰਸ ਤੋਂ ਪੁੱਛਿਆ ਹੋਇਆ ਹੈ। ਠੀਕ ਹੈ, ਪਹਿਲੀ ਚੀਜ਼ ਆਪਾਂ ਇਹ ਨੋਟ ਕਰਨੀ। ਦੂਸਰੀ ਚੀਜ਼ ਤੁਸੀਂ ਆ ਨੋਟ ਕਰਨੀ ਹੈ ਕਿ ਜੇ ਮੈਂ ਇਹ ਪੇਪਰ ਦੇ ਰਿਹਾ ਹੁੰਦਾ ਤਾਂ ਮੇਰੇ ਕੋਲ ਕਿਹੜੇ-ਕਿਹੜੇ ਕੁਐਸਚਨਸ ਇੱਥੋਂ ਸੋਲਵ ਹੋ ਸਕਦੇ ਸੀ। ਤੁਸੀਂ ਕੀ ਕਰਨਾ ਹੈ, ਆਪਦੇ ਆਪ ਨੂੰ ਇੱਥੋਂ 150 ਵਿੱਚੋਂ ਮਾਰਕਸ ਦੇਣੇ ਆ ਔਨ ਦਾ ਬੇਸਿਸ ਆਫ ਕਿ ਕਿਹੜੇ-ਕਿਹੜੇ ਤੁਹਾਨੂੰ ਕੁਐਸਚਨ ਸੋਲਵ ਹੋ ਸਕਦੇ ਸੀ, ਜਿਹੜੇ ਤੁਸੀਂ ਕਰ ਸਕਦੇ ਸੀ, ਹੈਨਾ। ਆਪਾਂ ਕੋਸ਼ਿਸ਼ ਕਰਨੀ ਹੈ, ਮੈਂ ਕੋਸ਼ਿਸ਼ ਕਰਾਂਗੀ ਕਿ 20 ਤੋਂ 30 ਮਿੰਟ ਵਿੱਚ ਆਹ ਵਾਲਾ ਜਿਹੜਾ ਲੈਕਚਰ ਹੈ ਆਪਾਂ ਕੰਪਲੀਟ ਕਰ ਲਈ। ਤੁਸੀਂ ਸਾਰੇ ਕੁਐਸਚਨਸ ਗੋ ਥਰੂ ਕਰ ਲਓ ਤੇ ਤੁਹਾਨੂੰ ਪਤਾ ਚੱਲ ਜੇ ਕਿ ਕਿਸ ਤਰ੍ਹਾਂ ਦੇ, ਕਿਸ ਲੈਵਲ ਦੇ ਕੁਐਸਚਨਸ ਆਪਣੇ ਕੋਲ ਪੁੱਛੇ ਜਾਂਦੇ ਆ। ਤੇ ਹਾਂ, ਆਪਾਂ ਜਿਹੜੀ ਤਿਆਰੀ ਹੈ ਆਪਣੀ ਥੋੜੀ ਜਿਹੀ ਹਾਇਰ ਲੈਵਲ ਤੇ ਵੀ ਕਰਾਂਗੇ। ਪਰ ਹੁਣ ਜਿਵੇਂ ਤੁਸੀਂ ਜੇ ਪਹਿਲਾ ਕੁਐਸਚਨ ਦੇਖੋ, ਹਨਾ, what will be the uncertainty in the position of a particle when the momentum is zero। ਹੁਣ ਜਦੋਂ ਆ ਚੀਜ਼ ਹੈ, ਇਹ ਕੁਐਸਚਨ ਹੈ, ਕੋਈ ਬਹੁਤ ਔਖਾ ਕੁਐਸਚਨ ਨਹੀਂ ਹੈਗਾ, ਹਨਾ, 11th ਜਾਂ 12th ਲੈਵਲ ਦਾ ਹੈ। ਤਾਂ ਹੋ ਸਕਦਾ ਤੁਹਾਡੇ ਵਿੱਚੋਂ 95% ਸਟੂਡੈਂਟਸ ਆ ਕਰ ਲੈ। ਤਾਂ ਤੁਸੀਂ ਉਦਾਂ ਮਾਰਕਸ ਕੈਲਕੂਲੇਟ ਕਰਨੇ, ਜਿਵੇਂ ਇੱਥੇ ਆਪਾਂ ਇੱਕ ਮਾਰਕਸ ਕੈਲਕੂਲੇਟ ਕਰ ਲਿਆ ਕਿ ਆਹ ਕੁਐਸਚਨ ਜਰਨਲੀ ਜਿੰਨੇ ਵੀ ਨਾਰਮਲੀ ਆਪਾਂ MSc ਕੀਤੀ ਹੋਈ ਹੈ ਤੇ ਆਪਾਂ ਕਰ ਹੀ ਲਾਂਗੇ ਆ ਕੁਐਸਚਨ, ਠੀਕ ਹੈ। ਉਸ ਤੋਂ ਬਾਅਦ ਹੁਣ ਜਿਵੇਂ ਮੈਂ ਤੁਹਾਨੂੰ ਐਟੋਮਿਕ ਸਟਰਕਚਰ ਵਾਲਾ ਚੈਪਟਰ ਕਰਾਇਆ ਸੀ, ਹਨਾ, ਉਹਦਾ ਦੂਸਰਾ ਕੁਐਸਚਨ ਹੈ ਟੂ ਇਲੈਕਟ੍ਰॉन्स ਪ੍ਰੈਜ਼ੈਂਟ ਇਨ ਆਰਬਿਟਲ ਆਰ ਡਿਸਟਿੰਗੁਇਸ਼ਡ ਬਾय। ਹੁਣ ਜੇ ਤੁਹਾਨੂੰ ਆ ਸਾਰੀ ਚੀਜ਼ਾਂ ਪਤਾ ਹੋਣਗੀਆਂ, ਪ੍ਰਿੰਸੀਪਲ ਕੁਆਂਟਮ ਨੰਬਰ ਕੀ ਹੈ, ਸਪਿਨ ਕੁਆਂਟਮ ਨੰਬਰ ਕੀ ਹੈ, ਐਜ਼ੀਮੂਥਲ ਕੁਆਂਟਮ ਨੰਬਰ ਕੀ ਹੈ, ਮੈਗਨੈਟਿਕ ਕੁਆਂਟਮ ਨੰਬਰ ਕੀ ਹੈ, ਤਾਂ ਹੀ ਤੁਹਾਨੂੰ ਉਹ ਪਤਾ ਹੋਏਗਾ। ਹੋ ਸਕਦਾ ਜਦੋਂ ਮੈਂ ਲੈਕਚਰ ਲਿੱਤਾ ਤੁਹਾਨੂੰ ਲੱਗਿਆ ਹੋਇਆ ਕਿ ਮੈਮ ਕੁਝ ਈਜ਼ੀ ਚੀਜ਼ਾਂ ਕਰਾ ਰਹੇ ਨੇ, ਪਰ ਉਹ ਈਜ਼ੀ ਚੀਜ਼ਾਂ ਕਿਉਂ ਕਰਾਈਆਂ ਸੀ, ਤੁਹਾਨੂੰ ਇੰਨੀ ਗੱਲ ਵੀ ਕਿਉਂ ਦੱਸੀ ਹੈ ਕਿ ਇੱਕ ਆਰਬਿਟਲ ਵਿੱਚ ਦੋ ਇਲੈਕਟ੍ਰੋਨ ਹੁੰਦੇ ਨੇ, ਦੋ ਹੀ ਇਲੈਕਟ੍ਰੋਨ ਆ ਸਕਦੇ ਨੇ ਤੇ ਉਹ ਕਿਵੇਂ ਹੋਣਗੇ, ਅਪੋਜ਼ਿਟ ਸਪਿਨ ਵਿੱਚ। ਤੇ ਇਹਦੇ ਵਾਸਤੇ ਕਿਹੜਾ ਨੰਬਰ ਯੂਜ਼ ਹੋਏਗਾ, ਸਪਿਨ ਕੁਆਂਟਮ ਨੰਬਰ ਯੂਜ਼ ਹੋਏਗਾ। ਇਹ ਛੋਟੀ ਚੀਜ਼ਾਂ ਦੱਸਣ ਦਾ ਮਤਲਬ ਆ ਹੈ ਕਿ ਕਈ ਵਾਰੀ ਨਾ ਹੁਣ ਆਪਾਂ ਨੂੰ ਯਾਦ ਨਹੀਂ ਹੁੰਦਾ ਉਹ ਮੈਗਨੈਟਿਕ ਸੀ ਕਿ ਸਪਿਨ ਸੀ। ਵੈਸੇ ਤਾਂ ਚਲੋ ਸਪਿਨ ਯਾਦ ਹੈ, ਪਰ ਕਿਸੇ ਕੇਸ ਸਿਨੈਰੀਓ ਵਿੱਚ ਕਈ ਵਾਰੀ ਨਾ ਆਪਾਂ ਛੋਟੀ ਚੀਜ਼ਾਂ ਭੁੱਲ ਗਏ ਹੁੰਦੇ ਆ, ਆਪਾਂ ਨੂੰ ਸਾਰੇ ਵੱਡੇ ਕਨਸੈਪਟ ਯਾਦ ਹੁੰਦੇ ਆ। ਤਾਂ ਕਰਕੇ ਤੁਹਾਨੂੰ ਬੇਸਿਕ ਟੂ ਐਡਵਾਂਸ ਸਾਰੀ ਚੀਜ਼ਾਂ ਕਰਾਉਣਾ ਮੇਰਾ ਫਰਜ਼ ਹੈ, ਠੀਕ ਹੈ। ਤੇ ਹੁਣ ਅੱਜ ਮੈਂ ਪਹਿਲਾ ਕੁਐਸਚਨ ਵੀ ਈਜ਼ੀ ਸੀ, ਦੂਸਰਾ ਕੁਐਸਚਨ ਵੀ ਆਪਾਂ ਇਹਨੂੰ ਈਜ਼ੀਅਰ ਸਾਈਡ ਤੇ ਕਵਾਂਗੇ, 11th ਤੇ 12th ਲੈਵਲ ਦਾ ਹੀ ਹੈਗਾ ਇਹ, ਹਨਾ, ਕੋਈ ਮੁਸ਼ਕਿਲ ਨਹੀਂ ਇਹਦੇ ਵਿੱਚ। ਜੇ ਆਪਾਂ ਥਰਡ ਕੁਐਸਚਨ ਪੜਨ ਤੋਂ ਬਿਨਾਂ ਹੀ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਵੀ ਕੋਈ ਖਾਸ ਔਖਾ ਕੁਐਸਚਨ ਨਹੀਂ ਹੈਗਾ। ਵੇਵਲੈਂਥ ਆਫ ਹਾਈ એનર્ਜੀ ਟ੍ਰਾਂਜੀਸ਼ਨ ਆਫ ਹਾਈਡਰੋਜਨ ਐਟਮ ਆ ਹੈ, ਕੋਰਸਪੋਂਡਿੰਗ ਆਪਾਂ ਵੇਵਲੈਂਥ ਦੱਸਣੀ ਹੈ, ਬਸ ਕੀ ਕਰਨਾ ਹੈ, एच न्यू ला देना है ना, E इज इक्वल टू एच न्यू। तो ये बहुत फॉर्मूला बेस्ड ते ईजी क्वेश्चंस ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਤੁਹਾਡੇ ਸ਼ੁਰੂਆਤੀ ਚੈਪਟਰ ਨੇ, ਜਿਵੇਂ ਮੋਲ ਕਨਸੈਪਟ ਹੋ ਗਿਆ, ਹਨਾ, ਜਾਂ ਫਿਰ ਤੁਹਾਡਾ ਐਟੋਮਿਕ ਸਟਰਕਚਰ ਹੋ ਗਿਆ, ਕੈਮੀਕਲ ਪੀਰੀਓਡਿਸਿਟੀ ਹੋ ਗਿਆ। ਇਹਨਾਂ ਵਿੱਚੋਂ ਜਿਹੜੇ ਕੁਐਸਚਨ ਮਿਲਣਗੇ ਤੁਹਾਨੂੰ ਬਹੁਤ ਆਸਾਨ ਲੱਗਣਗੇ। ਰੀਜ਼ਨ ਵੀ ਕਿ ਹੈਗਾ 11th ਤੇ 12th ਲੈਵਲ ਦਾ ਤੁਹਾਡਾ ਬੇਸ ਬਣਾਉਂਦੇ ਹੈ ਤੇ ਸਟੂਡੈਂਟਸ ਨੂੰ ਤੁਸੀਂ ਪੜ੍ਹਾਉਣਾ ਵੀ ਹੈ ਆ ਚੀਜ਼ਾਂ, ਤਾਂ ਆਬਵੀਅਸਲੀ ਉਹਨਾਂ ਜ਼ਿਆਦਾ ਲੈਵਲ ਨਹੀਂ ਪੁੱਛਿਆ ਜਾਏਗਾ। ਹੁਣ ਜਿਵੇਂ ਕਈ ਕੁਐਸਚਨ ਹੋਣਗੇ, ਜਿਵੇਂ ਸਪੈਕਟ੍ਰੋਸਕੋਪੀ ਵਾਲੇ ਆਪਾਂ ਦੇਖਾਂਗੇ ਜਾਂ ਆਰਗੈਨਿਕ ਦੇ ਕੁਝ ਕੁਐਸਚਨ ਦੇਖਾਂਗੇ, ਤਾਂ ਉਹ ਤੁਹਾਨੂੰ ਸ਼ਾਇਦ ਬਹੁਤ ਡਿਫਿਕਲਟ ਲੱਗਣਗੇ ਜਾਂ ਉਹਨਾਂ ਦਾ ਲੈਵਲ ਥੋੜਾ ਹਾਈ ਹੋਏਗਾ। ਤਾਂ ਤੁਸੀਂ ਉਸ ਹਿਸਾਬ ਨਾਲ ਆਪਣਾ ਸਕੋਰ ਕੀ ਹੈ ਕਾਊਂਟ ਕਰਦੇ ਰਹਿਣਾ ਹੈ। ਮੈਨੂੰ ਨਹੀਂ ਲੱਗਦਾ ਹਲੇ ਤੱਕ ਜਿੰਨੇ ਵੀ 3 ਕੁਐਸਚਨ ਹੈ, ਕਿਸੇ ਵੀ ਸਟੂਡੈਂਟ ਨੇ ਜੇ ਥੋੜੀ ਜਿਹੀ ਤਿਆਰੀ ਕੀਤੀ ਹੈ ਤਾਂ ਉਹਨੂੰ ਇਹਨਾਂ ਕੁਐਸਚਨਸ ਵਿੱਚ ਪ੍ਰੋਬਲਮ ਆਈ। ਅੱਜ ਦਾ ਆਪਣਾ ਏਜੰਡਾ ਆ ਹੀ ਹੈ, ਆਪਾਂ ਸਾਰੇ ਕੁਐਸਚਨਸ ਦੇਖਨੇ ਆ ਕਿ ਕਿਹੜੇ ਕਿੰਨੂੰ ਕਿੰਨੇ ਆਉਂਦੇ ਆ। ਐਕਚੁਅਲੀ ਜਿਹੜਾ ਤੁਹਾਡਾ ਡਿਸਾਈਡਿੰਗ ਫੈਕਟਰ ਹੈ ਉਹ ਉਹੀ ਹੋਏਗਾ ਕਿ ਜਿਹੜੇ ਸਟੂਡੈਂਟਸ ਆਪਣੇ ਤੋਂ ਥੋੜਾ ਜਿਹਾ, ਸਾਰਿਆਂ ਤੋਂ ਜਿਹੜੇ ਥੋੜਾ ਜਿਹਾ ਐਕਸਟਰਾ ਕਰ ਲੇਗਾ ਨਾ, ਉਹਨੂੰ ਹੀ ਫਾਇਦਾ ਹੋਣਾ ਹੈ। ਪਿਛਲੀ ਵਾਰੀ ਜਿਹੜੀ ਜਰਨਲ ਕੈਟਾਗਰੀ ਸੀ ਉਹਦੀ ਕਟ ਆਫ ਗਈ ਸੀ 121। ਹੁਣ ਆਪਣਾ ਟਾਰਗੇਟ ਕੀ ਹੋਣਾ ਚਾਹੀਦਾ ਹੈ ਕਿ ਆਪਾਂ ਸਕੋਰ ਕਰਨਾ ਹੈ, ਲੈਟਸ ਸੇ
130। ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਕੱਟ ਆਫ ਨਹੀਂ ਮੈਰਿਟ ਗਈ ਸੀ 121, ਤੇ ਆਪਣਾ ਟਾਰਗੇਟ ਆਪਾਂ ਲੈ ਕੇ ਚੱਲਣਾ 130। ਆਪਾਂ 130 ਤੋਂ ਘੱਟ ਸੋਚਣਾ ਹੀ ਨਹੀਂ। ਕਿਉਂ? ਕਿਉਂਕਿ ਪੋਸਟਾਂ ਕਿੰਨੀਆਂ ਨੇ? 41। 41 ਵਿੱਚੋਂ ਵੀ 28 ਕੀ ਨੇ? ਫਰੈਸ਼ ਵਾਲੀਆਂ। ਬਾਕੀ ਕੀ ਨੇ? ਬੈਕਲੌਗ ਨੇ। ਠੀਕ ਹੈ, ਉਹ ਬੈਕਲੌਗ ਵਿੱਚ ਜਰਨਲ ਦੀ ਤਾਂ ਕੋਈ ਵੈਕੈਂਸੀ ਨਹੀਂ ਹੈਗੀ। ਹੁਣ ਜਰਨਲ ਵਾਲੀਆਂ ਤਾਂ ਸਾਰੀ ਫਰੈਸ਼ ਵਿੱਚ ਨੇ, ਤੇ ਫਰੈਸ਼ ਦੀਆਂ ਜਰਨਲ ਦੀਆਂ ਕਿੰਨੀਆਂ ਪੋਸਟ ਨੇ? 14। ਤੇ 5 ਤਾਂ ਕੀ ਨੇ? ਕੁੜੀਆਂ ਵਾਸਤੇ ਰਿਜ਼ਰਵ ਨੇ, ਵਿਮਨ ਵਾਸਤੇ ਰਿਜ਼ਰਵ ਨੇ। ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ 103 ਨੰਬਰ ਲੈਣੇ ਹੈ। ਹੁਣ ਤੁਸੀਂ ਇਹਦੇ ਚ ਦੇਖੋ ਤੁਹਾਨੂੰ ਕਿੰਨੇ ਆਉਂਦੇ। ਫੋਰ ਐਗਜ਼ਾਮਪਲ ਜਦੋਂ ਆਪਾਂ ਕੁਐਸਚਨ ਦੇ ਥਰੂ ਜਾਂਦੇ ਆ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 100 ਤੋਂ ਪਲੱਸ ਨੰਬਰ ਸਕੋਰ ਹੋ ਜਾਣਗੇ, ਫਿਰ ਆਪਾਂ ਉਹ ਵਾਲੇ ਚੈਪਟਰਸ ਤੇ ਐਮਫੈਸਿਸ ਕਰਾਂਗੇ, ਉਹ ਵਾਲੇ ਚੈਪਟਰ ਤੇ ਸਟ੍ਰੈਸ ਦਵਾਂਗੇ, ਤੇ ਆਪਣੀ ਤਿਆਰੀ ਨੂੰ ਉਸ ਹਿਸਾਬ ਨਾਲ ਕਰਾਂਗੇ ਕਿ ਆਪਾਂ ਪੇਪਰ ਦੇ ਸਕੀਏ। ਠੀਕ ਹੈ ਜੀ। ਤੇ ਆਬਵੀਅਸਲੀ ਇੰਨਾ ਹੁਣ ਜਿਹੜੇ ਪਹਿਲੇ 3-4 ਕੁਐਸਚਨ ਆਉਂਦੇ ਤਾਂ ਤੁਹਾਨੂੰ ਨਹੀਂ ਲੱਗੇਗਾ ਕਿ ਪੇਪਰ ਔਖਾ ਹੈ, ਪਰ ਪੇਪਰ ਦਾ ਲੈਵਲ ਹੈ। ਤੁਹਾਨੂੰ ਔਖੇ ਕੁਐਸਚਨ ਵੀ ਦੇਖਣ ਨੂੰ ਮਿਲਣਗੇ, ਸੌਖੇ ਕੁਐਸਚਨ ਵੀ ਦੇਖਣ ਨੂੰ ਮਿਲਣਗੇ। ਤੇ ਇਹ ਮੇਰੀ ਤੁਹਾਨੂੰ ਵਾਰੀ-ਵਾਰੀ ਰਿਕੁਐਸਟ ਰਹੇਗੀ, ਜਦੋਂ ਮੈਂ YouTube ਤੇ ਸੌਖੇ ਕੁਐਸਚਨ ਤੁਹਾਨੂੰ ਕਰਾ ਰਹੀ ਹਾਂ ਤਾਂ ਤੁਸੀਂ ਉਹ ਵੀ ਕਰੋਗੇ, ਕਿਉਂਕਿ ਕੋਈ ਛੋਟੀ-ਮੋਟੀ ਗੈਲੀ ਕਰਕੇ ਆਪਾਂ ਇੱਕ ਵੀ ਨੰਬਰ ਆਪਣਾ ਲੂਜ਼ ਨਹੀਂ ਕਰ ਸਕਦੇ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆਈ ਹੋਈ। ਠੀਕ ਹੈ, ਉਸ ਤੋਂ ਬਾਅਦ ਨੰਬਰ ਆਫ ਇਲੈਕਟ੍ਰੋਨ ਇਨ Al3+। ਹੁਣ ਇਹਦੇ ਚ ਕੀ ਔਖਾ ਹੈ ਨਾ? ਕੋਈ ਵੀ ਦੱਸ ਦੇਗਾ ਕਿ 10 ਇਲੈਕਟ੍ਰੋਨ ਹੈ ਇਹਦੇ ਵਿੱਚ, ਮਤਲਬ 13 ਹੋ ਗਿਆ ਨਾ ਐਟੋਮਿਕ ਨੰਬਰ, ਤੇ 3 ਮਾਈਨਸ ਹੋ ਗਏ, ਮਤਲਬ ਕਿ 3+ ਆ ਗਿਆ, ਚਾਰਜ 3 ਨਿਕਲ ਗਈ ਤਾਂ 10 ਰਹਿ ਗਏ। ਹੁਣ ਇਹ ਕਿੰਨੀ ਆਸਾਨ ਚੀਜ਼ ਹੈ, ਕਿੰਨਾ ਆਸਾਨ ਕੁਐਸਚਨ ਹੈ, ਬਟ ਆਇਆ ਹੋਇਆ ਪੇਪਰ ਵਿੱਚ। ਤੇ ਇਹ ਚੀਜ਼ ਨੂੰ ਤੁਹਾਨੂੰ ਸਮਝਣਾ ਪਏਗਾ ਕਿ ਕੁਝ ਕੋ ਕੁਐਸਚਨ ਆਸਾਨ ਵੀ ਆਣਗੇ, ਕੁਝ ਕੋ ਕੁਐਸਚਨ ਡਿਫਿਕਲਟ ਵੀ ਆਣਗੇ। ਠੀਕ ਹੈ, ਤੇ ਸਭ ਤੋਂ ਪਹਿਲਾ ਮੁੱਦਾ ਤਾਂ ਆਪਣਾ ਆ ਹੀ ਹੈ ਕਿ ਆਸਾਨ ਤੇ ਡਿਫਿਕਲਟ ਆਪਾਂ ਦੋਵਾਂ ਲਈ ਪ੍ਰਿਪੇਅਰ ਹੋਣਾ। ਠੀਕ ਹੈ, ਆਪਾਂ ਨੂੰ ਨਹੀਂ ਪਤਾ ਨਾ ਐਗਜ਼ਾਮੀਨਰ ਕਿਹੜਾ ਮਾਈਂਡਸੈਟ ਲੈ ਕੇ ਹੁਣ ਉਹ ਪੇਪਰ ਬਣਾਏਗਾ। ਹੁਣ ਇਸ ਤੋਂ ਪਹਿਲੇ 2021 ਚ ਪੇਪਰ ਹੋਇਆ ਸੀ, ਫਿਰ 2016 ਚ ਹੋਇਆ ਸੀ। ਹੁਣ ਇਸ ਵਾਰੀ ਸਟੂਡੈਂਟਸ ਵੀ ਜ਼ਿਆਦਾ ਹੈ, ਕੰਪੀਟੀਸ਼ਨ ਵੀ ਹਾਈ ਹੈ, ਸੀਟਾਂ ਵੀ ਘੱਟ ਹੈ, ਇਸ ਤੋਂ ਬਾਅਦ ਇੰਟਰਵਿਊ ਵੀ ਹੋਣਾ ਹੈ। ਤਾਂ ਕੋਸ਼ਿਸ਼ ਕਰੋ ਮੈਕਸਿਮਮ ਟੂ ਮੈਕਸਿਮਮ ਸਕੋਰ ਕਰਨ ਦੀ, ਤੇ ਹਾਈ ਲੈਵਲ ਤੋਂ ਹਾਈ ਲੈਵਲ ਦਾ ਪੜਨ ਦੀ, ਤੇ ਸੌਖੇ ਤੋਂ ਸੌਖੇ ਲੈਵਲ ਦਾ ਪੜਨ ਲਈ, ਕਿਉਂਕਿ ਸਾਰਾ ਹੀ ਸਿਲੇਬਸ ਹੈ ਆਪਣੇ ਜਿਹੜਾ ਕੰਟੈਂਟ ਹੈ ਉਹਦੇ ਵਿੱਚ 11th 12th ਵੀ ਆਪਾਂ ਪੜ੍ਹਨੀ ਹੈ, ਬੈਚਲਰਸ ਵੀ ਪੜ੍ਹਨੀ ਹੈ, ਮਾਸਟਰਸ ਵੀ ਪੜ੍ਹਨੀ ਹੈ, ਤੇ ਹਰ ਲੈਵਲ ਦੀ ਚੀਜ਼ ਤੁਹਾਨੂੰ ਆਣੀ ਚਾਹੀਦੀ ਹੈ। ਸੌਖੀ ਚੀਜ਼ਾਂ ਨੂੰ ਬਿਲਕੁਲ ਇਗਨੋਰ ਨਹੀਂ ਕਰਨਾ, ਕਿਉਂਕਿ ਸੌਖੀ ਚੀਜ਼ਾਂ ਮੋਸਟਲੀ ਸਾਰਿਆਂ ਦੀ ਸਹੀ ਹੋਣਗੀਆਂ। ਜਦੋਂ ਤੁਸੀਂ ਉਹਦੇ ਵਿੱਚ ਇੰਗੈਲੀ ਕਰੋਗੇ ਤਾਂ ਹੋ ਸਕਦਾ ਆਪਾਂ ਨੂੰ ਕੋਈ ਚੀਜ਼ ਨਾ ਯਾਦ ਹੋਏ, ਹਨਾ? ਤਾਂ ਉਸ ਨੂੰ ਇੱਕ ਵਾਰੀ ਰਿਵਾਈਜ਼ ਕਰਨਾ ਜ਼ਰੂਰੀ ਹੈ। ਅੱਜ ਤੱਕ ਹੁਣ ਜਿਵੇਂ ਸਪੈਕਟ੍ਰੋਸਕੋਪੀ ਤੇ ਜਿਹੜੀ ਐਡਵਾਂਸ ਆਰਗੈਨਿਕ ਹੈ, ਉਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਆਉਂਦੇ ਆ। ਹੋ ਸਕਦਾ ਐਗਜ਼ਾਮੀਨਰ ਦਾ ਮਨ ਕਰੇ ਕਿ ਐਸਾ ਆਪਾਂ ਉਵੇਂ ਨਹੀਂ ਲੈਣੇ, ਤਾਂ ਮੈਂ ਕਦੇ ਵੀ ਸੁਜੈਸਟ ਨਹੀਂ ਕਰਦੀ ਕਿ ਹਮੇਸ਼ਾ ਪਿਛਲੇ ਸਾਲ ਦੇ ਪੇਪਰ ਤੇ 100% ਡਿਪੈਂਡ ਰਹੋ। ਪਰ ਇਹ ਚੀਜ਼ ਦੇਖੋ ਕਿ ਸੌਖੇ ਕੁਐਸਚਨ ਵੀ ਪੁੱਛੇ ਜਾ ਰਹੇ ਆ, ਔਖੇ ਕੁਐਸਚਨ ਵੀ ਪੁੱਛੇ ਜਾ ਰਹੇ ਆ। ਤੁਸੀਂ ਹਰ ਚੈਪਟਰ ਨੂੰ ਇਕੁਅਲ ਵੇਟੇਜ ਦੇਣੀ ਹੈ। ਚੈਪਟਰ ਵਾਈਜ਼ ਵੇਟੇਜ ਹੁੰਦੀ ਹੈ, ਆਰਗੈਨਿਕ ਦੀ ਵੇਟੇਜ ਹੈ, ਸਪੈਕਟ੍ਰੋਸਕੋਪੀ ਦੀ ਵੇਟੇਜ ਹੈ। ਬਟ ਵਾਟ ਇਫ ਐਸ ਵਾਰੀ ਉਹਨਾਂ ਨੇ ਸਪੈਕਟ੍ਰੋਸਕੋਪੀ ਤੋਂ ਘੱਟ ਕੁਐਸਚਨ ਪੁੱਛ ਲਿਆ? ਇਹ ਸਾਰੀ ਚੀਜ਼ਾਂ ਤੁਸੀਂ ਮੱਦੇ ਨਜ਼ਰ ਰੱਖਦੇ ਹੋਏ ਸਾਰੀ ਤਿਆਰੀ ਕਰਨੀ ਹੈ। ਪਰ ਚਲੋ ਆਪਾਂ ਕੁਐਸਚਨ ਤਾਂ ਵੇਖ ਰਹੇ ਹਾਂ ਕਿ ਲੈਵਲ ਕੀ ਹੈ, ਤੇ ਐਸ ਤੋਂ ਆਪਾਂ ਥੋੜੀ ਜਿਹੀ ਹਾਇਰ ਲੈਵਲ ਦੀ ਤਿਆਰੀ ਕਰਾਂਗੇ ਤੇ ਪੇਪਰ ਜਿੱਦਾਂ ਦਾ ਵੀ ਆਏ ਆਪਾਂ ਸਿਲੈਕਸ਼ਨ ਲੈਣੀ ਹੈ। ਠੀਕ ਹੈ, so choose the correct statement. An orbital can accommodate maximum of 2 electron. S orbital is non-directional. Electrons in motion behave as if they were waves. ਤੇ ਇਹ ਵੀ ਬਹੁਤ ਸੌਖਾ ਕੁਐਸਚਨ ਹੈ। ਐਟੋਮਿਕ ਸਟਰਕਚਰ ਦੇ ਕੁਐਸਚਨ ਸੌਖੇ ਹੈ। होने आगे बॉन्ड डिसोसिएशन एनर्जी ਆਪਾਂ ਹਲੇ ਕੈਮੀਕਲ ਬੌਂਡਿੰਗ ਕਰਾਂਗੇ ਤਾਂ ਸਭ ਕਰਾਂਗੇ, ਹਨਾ? ਹਾਈਡਰੋਜਨ ਕਲੋਰੀਨ ਤੇ HCl ਦੇ ਰਿਸਪੈਕਟਿਵਲੀ ਦਿੱਤੀ ਹੋਈ ਆਪਾਂ ਨੂੰ ਰਿਐਕਸ਼ਨ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਇਹ 2 ਮੋਲਸ ਬਣ ਜਾਣਗੇ ਤੇ ਫਿਰ ਆਪਾਂ ਕੈਲਕੂਲੇਟ ਕਰ ਲਾਂਗੇ ਐਂਥੈਲਪੀ ਦਾ ਫਾਰਮੂਲਾ ਲਗਾ ਕੇ। ਕੋਈ ਡਿਫਿਕਲਟੀ ਨਹੀਂ ਆਂਦੇ ਚ, ਹਨਾ? ਥਰਮੋਡਾਇਨਾਮਿਕਸ ਵਾਲੇ ਚੈਪਟਰ ਵਿੱਚ ਥਰਮੋਡਾਇਨਾਮਿਕਸ ਤੋਂ ਵੀ ਬਹੁਤ ਕੁਐਸਚਨ ਆਉਂਦੇ ਨੇ। ਹੁਣ ਇਹਨਾਂ ਚੋਂ ਸਟੇਟ ਫੰਕਸ਼ਨ ਕੀ ਹੈ, ਬੱਚੇ ਨੂੰ ਪਤਾ ਨੇ ਆ ਚੀਜ਼ਾਂ, ਹਨਾ? ਤੇ काफी इजी क्वेश्चन है। when gas at high pressure expands into the region of low pressure तो टेम्परेचर की होएगा, मतलब very easy questions। chemical reaction to be spontaneous at all temperature ਤਾਂ ਆਪਾਂ conditions ਦੱਸਣੀਆਂ ਨੇ। फिर a given reaction है difference between constant temperature and constant heat of reaction ਦਾ difference ਆਪਾਂ ਦੱਸਣਾ ਹੁੰਦਾ। सो मैं नहीं कहूंगी कि बहुत औखे क्वेश्चंस आ रहे हैं। ठीक है, ये रिएक्शन है
ਇਹਦੇ ਵਿੱਚ ਆਪਾਂ ਇਕੁਲਿਬ੍ਰੀਅਮ ਤੋਂ ਕੁਐਸਚਨ ਪੁੱਛਿਆ ਗਿਆ, ਇਕੁਲਿਬ੍ਰੀਅਮ ਤੋਂ ਪੁੱਛੇਗਾ। ਹਾਲੇ ਤੱਕ ਮੈਨੂੰ ਕੋਈ ਵੀ ਕੁਐਸਚਨ ਏਦਾਂ ਦਾ ਨਹੀਂ ਲੱਗਿਆ ਕਿ ਜੇ ਤੁਸੀਂ ਥੋੜਾ ਜਿਹਾ ਵੀ ਪੜਿਆ ਹੋਇਆ ਤਾਂ ਤੁਸੀਂ ਨਹੀਂ ਕਰ ਸਕਦੇ। ਹਾਲੇ ਤੱਕ ਜਿਹੜਾ ਤੁਹਾਡਾ ਸਾਰਾ ਲੈਵਲ ਚੱਲ ਰਿਹਾ 11th 12th ਦਾ ਹੀ ਚੱਲ ਰਿਹਾ, ਇਹਦੇ ਵਿੱਚ ਇਹ ਸਾਰੀ ਚੀਜ਼ਾਂ ਆਪਾਂ 11th 12th ਵਿੱਚ ਕੀਤੀਆਂ ਹੁੰਦੀਆਂ ਨੇ। ਫਿਰ ਕੈਲਸ਼ੀਅਮ ਕਾਰਬੋਨੇਟ ਦੀ ਰਿਐਕਸ਼ਨ ਦਿੱਤੀ ਉਹਨਾਂ ਨੇ, ਡੈਲਟਾ H ਦੱਸਿਆ ਇਨ ਅ ਕੋਲਡ ਵੈਸਲ, ਤੇ ਆਪਾਂ ਪ੍ਰੈਸ਼ਰ ਦੱਸਣਾ ਹੈ। ਠੀਕ ਹੈ, the pressure of carbon dioxide ਕੀ ਹੋਏਗਾ, increase ਹੋਏਗਾ, decrease ਹੋਏਗਾ। then there is another reaction ਆਪਾਂ ਅੰਦਰ ਕਿਹੜਾ ਫਾਰਮੂਲਾ ਲਗਾਵਾਂਗੇ, ਕੀ ਬਣੇਗਾ, ਉਹ ਦੱਸਣਾ ਹੈ। ਤਾਂ ਜਿੰਨੇ ਵੀ ਆ ਕੁਐਸਚਨਸ ਨੇ ਫਿਜ਼ੀਕਲ ਕੈਮਿਸਟਰੀ ਦੇ, ਇਨਆਰਗੈਨਿਕ ਕੈਮਿਸਟਰੀ ਦੇ, ਹਾਲੇ ਤੱਕ ਆਪਾਂ ਨੂੰ ਈਜ਼ੀ ਆ ਰਹੇ ਨੇ, ਹਨਾ। ਫਿਰ ਇਹ ਆ ਗਿਆ ਵੈਲਿਊ ਆਫ ਇਕੁਇਲਿਬ੍ਰੀਅਮ ਕਾਂਸਟੈਂਟ। ਫਿਰ ਜੇ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਹੈ a piece of copper added to the aqueous solution, ਤਾਂ ਇਨਆਰਗੈਨਿਕ ਦੇ ਕੁਐਸਚਨ ਆ ਗਏ। ਫਿਰ ਕੋਲਰੁਸ਼ ਲਾਅ ਪੁੱਛ ਲਿਆ। ਫਿਰ ਉਸ ਤੋਂ ਬਾਅਦ ਕੀ ਹੈ, ਆਇਨਿਕ ਸਟਰੈਂਥ ਤੇ ਡਾਇਰੈਕਟ ਨੂਮੈਰੀਕਲ ਬੇਸਡ ਕੁਐਸਚਨ ਪੁੱਛਿਆ ਹੋਇਆ ਹੈ। ਫਿਰ ਸੈਚੂਰੇਟਡ ਸੋਲੂਸ਼ਨ ਆਫ KNO3 is used to make salt bridges because conceptual क्वेश्चन है, ਰੀਜ਼ਨਿੰਗ ਪੁੱਛੀ ਗਈ ਹੈ, ਬਹੁਤ ਜ਼ਿਆਦਾ ਸੋਲਵ ਕਰਨ ਦੀ ਲੋੜ ਨਹੀਂ ਹੈ। ਤਾਂ ਬਹੁਤ ਸਾਰੇ ਕਨਸੈਪਚੁਅਲ ਕੁਐਸਚਨ ਤੁਹਾਡਾ ਟਾਈਮ ਸੇਵ ਕਰਨਗੇ। ਤਾਂ ਜਿਹੜੇ ਈਜ਼ੀ ਕੁਐਸਚਨ ਹੈ ਨਾ, ਉਹਨੂੰ ਇਹ ਸਮਝੋ ਕਿ ਤੁਹਾਡੇ ਲਈ ਵਰਦਾਨ ਹੈ ਕਿ ਆਪਣਾ ਜਿਹੜਾ ਟਾਈਮ ਹੈ ਉਹ ਸੇਵ ਹੋਏਗਾ, ਹਨਾ। ਇਹ ਤੋਂ ਬਾਅਦ ਆ ਹੁਣ ਜਿਵੇਂ ਇਲੈਕਟ੍ਰੋਕੈਮਿਸਟਰੀ ਹੈ, ਇਲੈਕਟ੍ਰੋਕੈਮਿਸਟਰੀ ਮੈਨੂੰ ਲੱਗਦਾ ਕਿ ਕੁਐਸਚਨ ਥੋੜੇ ਟਫ ਹੁੰਦੇ ਆ, ਬਟ ਹੁਣ ਕੀ ਹੈ, ਇਹ ਤਾਂ ਬਹੁਤ ਆਸਾਨ ਸਟੈਂਡਰਡ ਰਿਐਕਸ਼ਨ ਦੇ ਕੇ ਤੁਹਾਡੇ ਕੋਲ ਇੱਕ ਰੀਜ਼ਨ ਪੁੱਛ ਲਿਆ ਕਿ ਇਹ ਕਿਉਂ ਹੋਏਗਾ, ਹਨਾ। ਦੈਨ ਫਿਰ ਫॉर अ रिएक्शन 2 B plus C would be a zero order reaction when, ਹਨਾ। ਤੇ ਇਹ ਸਾਰੇ ਕੈਮੀਕਲ ਕਾਈਨੈਟਿਕਸ, ਇਲੈਕਟ੍ਰੋਕੈਮਿਸਟਰੀ, ਸਾਰਿਆਂ ਦੇ ਬੇਸਿਕ ਲੈਵਲ ਦੇ ਕੁਐਸਚਨ ਹਲੇ ਤੱਕ ਆਪਾਂ ਨੂੰ ਪਹਿਲੇ ਵੀ ਕੁਐਸਚਨ ਚੋਂ ਦੇਖਣ ਨੂੰ ਮਿਲੇ ਨੇ। ਇਹ ਸਾਰੇ ਦੇ ਸਾਰੇ ਕੀ ਨੇ, 11th 12th ਲੈਵਲ ਦੇ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਕੋਈ 20 ਚੋਂ 20 ਨਹੀਂ ਲੈ ਸਕਦਾ, ਜਿਨ੍ਹਾਂ ਸਟੂਡੈਂਟਸ ਨੇ ਬੇਸਿਕ ਚੈਪਟਰਸ ਕੀਤੇ ਨੇ ਤੇ ਇੰਪੋਰਟੈਂਟ ਵੀ ਨੇ। ਉਸ ਤੋਂ ਬਾਅਦ ਇਹਦਾ ਟਾਈਟ੍ਰੇਸ਼ਨ ਬਿਟਵੀਨ ਆਕਜ਼ੈਲਿਕ ਐਸਿਡ ਐਂਡ ਐਸਿਡਿਫਾਈਡ KMnO4 मैग्नीज सॉल्ट फॉर्म्ड कैटालिसिस रिएक्शन, है ना। तो फिर आपा ਉਹ ਕੀ ਐਕਟ ਕਰਦਾ ਹੈ ਐਜ਼ ਅ ਪੋਜ਼ਿਟਿਵ ਕੈਟਲਿਸਟ, ਆਟੋ ਕੈਟਲਿਸਟ ਜਾਂ ਪ੍ਰੋਮੋਟਰ। ਕੈਟਲਿਸਿਸ ਰਿਐਕਸ਼ਨ ਹੈ ਤਾਂ ਮਤਲਬ ਪੋਜ਼ਿਟਿਵ ਕੈਟਲਿਸਟ ਦੀ ਤਰ੍ਹਾਂ ਕੰਮ ਕਰ ਰਿਹਾ ਹੋਏਗਾ। ਦੈਨ ਹਾਈਡਰੋਜਨੇਸ਼ਨ ਆਫ ਆਇਲ ਸਵਿਚ ਦਾ ਕੈਟਲਿਸਟ ਆਪਾਂ ਕਿਹੜਾ ਯੂਜ਼ ਕਰਨਾ। ਹੁਣ ਇਹਦੇ ਵਿੱਚ ਜੇ ਤੁਹਾਨੂੰ ਰਿਐਕਸ਼ਨ ਯਾਦ ਹੈ, ਜੇ ਤੁਹਾਨੂੰ ਇਹਦੇ ਬਾਰੇ ਪਤਾ ਤਾਂ ਤੁਸੀਂ ਨਾਲ ਦੇ ਨਾਲ ਟਿਕ ਕਰੋਗੇ। ਤਾਂ ਕੈਮਿਸਟਰੀ ਵੀ ਵਨ ਆਫ ਯੋਰ ਜਿਹੜਾ ਹੈ ਟਾਈਮ ਸੇਵਿੰਗ ਸਬਜੈਕਟ ਹੈ, ਕਿਉਂਕਿ ਬਹੁਤ ਸਾਰੇ ਕਨਸੈਪਚੁਅਲ ਕੁਐਸਚਨਸ ਨੇ। ਜਿਵੇਂ ਆਰਗੈਨਿਕ ਦੀ ਜੇ ਰਿਐਕਸ਼ਨਸ ਦਾ ਤੁਹਾਨੂੰ ਪ੍ਰੋਡਕਟ ਪਤਾ ਹੈ ਤਾਂ ਉਹ ਪਤਾ ਹੀ ਹੈ, ਠੀਕ ਹੈ। ਇੱਥੇ ਤੁਹਾਨੂੰ ਕੁਝ ਕਨਸੈਪਟਸ ਪਤਾ ਨੇ ਤਾਂ ਉਹ ਪਤਾ ਹੀ ਨੇ, ਠੀਕ ਹੈ। ਫਿਜ਼ੀਕਲ ਕੈਮਿਸਟਰੀ ਦੇ ਕੁਝ ਕੁਐਸਚਨ ਆਪਾਂ ਨੂੰ ਸੋਲਵ ਕਰਨੇ ਪੈਂਦੇ ਆ, ਬਟ ਇਟ ਇਜ਼ ਆਲਸੋ ਅ ਟਾਈਮ ਸੇਵਿੰਗ ਸਬਜੈਕਟ। ਤੇ ਮੈਂ ਤਾਂ ਕਹਿੰਦੀ ਹਾਂ ਜਿਹੜਾ ਮਾਸਟਰ ਕੈਡਰ ਦਾ ਆਪਣਾ ਐਗਜ਼ਾਮ ਹੈ, ਹਨਾ, ਉਹਦੇ ਵਿੱਚ ਜੇ ਕਿਸੇ ਕੋਲ ਕੈਮਿਸਟਰੀ, ਬੋਟਨੀ ਤੇ ਜ਼ੂਲੌਜੀ ਹੈ ਨਾ, ਤਾਂ ਬੈਸਟ ਕੰਬੀਨੇਸ਼ਨ। ਜਰਨਲੀ ਟੌਪਰ ਵੀ ਇਸ ਕੰਬੀਨੇਸ਼ਨ ਵਿੱਚੋਂ ਨਿਕਲਦੇ ਨੇ। ਕਿਉਂ? ਕਿਉਂਕਿ ਬਹੁਤ ਜ਼ਿਆਦਾ ਸੋਲਵ ਕਰਨ ਵਿੱਚ ਟਾਈਮ ਨਹੀਂ ਖਰਚ ਹੁੰਦਾ। ਜੇ ਤੁਹਾਨੂੰ ਆਂਦਾ ਹੈ ਕੁਐਸਚਨ ਤਾਂ ਆਂਦਾ ਹੀ ਹੈ, ਠੀਕ ਹੈ। ਨਾਓ ਮੂਵਿੰਗ ਔਨ ਟੂ ਦੀ ਨੈਕਸਟ ਕੁਐਸਚਨ। ਹਾਫ ਲਾਈਫ ਤੇ ਕੁਐਸਚਨ ਪੁੱਛ ਲਿਆ। ਫਿਰ ਹਾਫ ਲਾਈਫ ਆਫ ਅ ਡੀਕੰਪੋਜੀਸ਼ਨ ਆਫ ਅ ਸਬਸਟੈਂਸ ਡਿਸੋਲਵਡ ਕੈਮੀਕਲ ਕਾਈਨੈਟਿਕਸ ਤੋਂ ਆ ਗਿਆ। ਫਿਰ ਕੋਲੀਜਨ ਥਿਊਰੀ। ਹੁਣ ਕੋਲੀਜਨ ਥਿਊਰੀ ਤੁਹਾਡਾ ਸਿਰਫ ਲੈਕਚਰ ਕੈਡਰ ਦਾ ਪਾਰਟ ਹੈ, ਪਰ ਇਹ ਵੀ 11th 12th ਲੈਵਲ ਵਿੱਚ ਅਸੀਂ ਤਾਂ ਕੀਤੀ ਸੀ। ਹੁਣ ਤੁਸੀਂ ਨਹੀਂ ਕੀਤੀ ਤਾਂ ਚਲੋ ਤੁਸੀਂ ਬੈਚਲਰਸ ਲੈਵਲ ਦੀ ਮੰਨ ਲਓ, ਬਟ ਅਸੀਂ ਕੀਤੀ ਸੀ ਆਪਣੇ 11th 12th ਦੇ ਟਾਈਮ ਤੇ, ਠੀਕ ਹੈ। ਉਸ ਤੋਂ ਬਾਅਦ ਰੇਟ ਲਾਅ, ਹਨਾ। ਰੇਟ ਲਾਅ ਵੀ ਆਸਾਨ ਹੈ। which law states that chemical compound always contain in the fixed ratio by mass। ਇਹ ਤਾਂ ਬਹੁਤ ਹੀ ਆਸਾਨ ਕੁਐਸਚਨ ਆ ਗਿਆ। ਮੈਂ ਤੁਹਾਨੂੰ ਕਿਹਾ ਸੀ ਨਾ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਤੋਂ ਕੁਐਸਚਨ ਪੁੱਛ ਲਿੱਤੇ ਜਾਂਦੇ ਆ ਜਦੋਂ ਮੈਂ ਤੁਹਾਨੂੰ ਇਹ ਚੈਪਟਰ ਕਰਾਇਆ। ਦੈਨ ਇਕੁਇਵਲੈਂਟ weight ਆਫ ਮੋਹਰ ਸਾਲਟ, ਹੁਣ ਇਹ ਕੱਢਣਾ ਵੀ ਕੋਈ ਔਖਾ ਕੰਮ ਨਹੀਂ ਹੈ। ਦੈਨ colloidal particles show Brownian movement while suspension show this phenomena। ਤਾਂ ਇਹ ਜਿਹੜੇ ਸਾਰੇ ਨੇ ਬੇਸਿਕ ਅੰਡਰਸਟੈਂਡਿੰਗ ਵਾਲੇ ਕੁਐਸਚਨ ਹੈ। ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਮੁਸ਼ਕਿਲ ਲੱਗਿਆ ਹੋਏਗਾ। ਫਿਰ ਕੋਆਗੂਲੇਸ਼ਨ ਬਾਰੇ ਕੁਐਸਚਨ ਪੁੱਛ ਲਿਆ। ਐਡਜ਼ੌਰਪਸ਼ਨ ਆਈਸੋਥਰਮ, ਮਤਲਬ ਸਰਫੇਸ ਕੈਮਿਸਟਰੀ ਦੇ ਵਿੱਚ ਤੁਹਾਨੂੰ 4-5 ਕੁਐਸਚਨ ਦੇਖਣ ਨੂੰ ਮਿਲ ਗਏ, ਠੀਕ ਹੈ। ਫਿਰ ਹੁਣ ਨਾ ਸੋਲਿਡ ਸਟੇਟ ਦਾ ਕੁਐਸਚਨ ਆ ਗਿਆ। ਡਿਫੈਕਟਸ ਤੋਂ ਕਾਫੀ ਕੁਐਸਚਨ ਪੁੱਛੇ ਜਾਂਦੇ ਹਨ। ਨੂਮੈਰੀਕਲ ਬੇਸਡ ਕੁਐਸਚਨ ਦੇ ਕਾਫੀ ਬੰਦੇ ਹੈ ਕਿ ਕਿੰਨੇ ਐਟਮਸ ਨੇ ਇੰਨੇ ਅਮਾਉਂਟ ਆਫ ਸਬਸਟੈਂਸ ਵਿੱਚ, ਹਨਾ। Then how much ethyl alcohol is used is added to 1 liter of water so the solution freezes at this। ਤਾਂ ਆਪਣੇ ਜਿਹੜਾ ਕੈਮੀਕਲ ਕਾਈਨੈਟਿਕਸ ਵਾਲਾ ਚੈਪਟਰ ਹੈ ਜਾਂ ਇਲੈਕਟ੍ਰੋਲਾਈਸਿਸ ਵਾਲਾ ਚੈਪਟਰ ਹੈ ਜਾਂ ਫਿਰ ਇਕੁਇਲਿਬ੍ਰੀਅਮ ਵਾਲਾ ਚੈਪਟਰ ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ। ਇੱਥੋਂ ਬਹੁਤ ਅੱਛੇ ਕੁਐਸਚਨ ਬਣਦੇ ਨੇ। ਇਹ ਆ ਗਿਆ ਇਕੁਇਲਿਬ੍ਰੀਅਮ ਦਾ ਕੁਐਸਚਨ, ਇਕੁਇਲਿਬ੍ਰੀਅਮ, osmotic pressure। ਹੁਣ azeotropic solution of two liquid has boiling point higher than either when।
ਤਾਂ ਆਈਡਲ ਬਿਹੇਵੀਅਰ ਆਪਾਂ ਨੂੰ ਆਈਡਲ ਗੈਸ ਇਕੁਏਸ਼ਨ ਵਗੈਰਾ ਸਾਰੀਆਂ ਥਰਮੋਡਾਇਨਾਮਿਕਸ ਵਿੱਚ ਆਪਾਂ ਦੇਖਦੇ ਹਾਂ। ਦੈਨ ਮੋਲੀਕੂਲਰ ਮਾਸ ਆਫ ਨੋਨ ਵੋਲੇਟਾਈਲ ਸਬਸਟੈਂਸ, ਇਹ ਕੋਲੀਗੇਟਿਵ ਪ੍ਰੋਪਰਟੀਜ਼ ਆਪਣੀ ਸਰਫੇਸ ਕੈਮਿਸਟਰੀ ਦੇ ਨਾਲ ਕੋਲੀਗੇਟਿਵ ਪ੍ਰੋਪਰਟੀਜ਼ ਦੇ ਨਾਲ ਆ ਜਾਏਗਾ। ਦੈਨ ਬੈਂਟ ਆਫ ਫੈਕਟਰ ਆਫ ਇਲੈਕਟ੍ਰੋਲਿਸਿਸ, ਮੋਲੀਕਿਊਲਸ ਵਿਚ ਹੈ ਜ਼ੀਰੋ ਡਾਇਪੋਲ ਮੂਵਮੈਂਟ, ਕੈਮੀਕਲ ਬੌਂਡਿੰਗ ਤੋਂ ਆ ਗਿਆ ਹੈ ਨਾ। ਫਿਰ ਆਪ ਸਟਰਕਚਰ ਬਾਰੇ ਵੀ ਕੈਮੀਕਲ ਬੌਂਡਿੰਗ ਤੋਂ ਆ ਗਿਆ। ਮੈਟਲ ਲਸਟਰ ਇਜ਼ ਐਕਸਪਲੇਨਡ ਬਾय, ਤਾਂ ਉਹਦਾ ਕੀ ਰੀਜ਼ਨ ਹੁੰਦਾ ਹੈ ਮੈਟਲਸ ਜਿਹੜੇ ਲਸਟਰ ਹੁੰਦੀ ਹੈ। ਫਿਰ ਆ ਕੈਮੀਕਲ ਬੌਂਡਿੰਗ ਤੋਂ ਬੌਂਡ ਆਰਡਰ ਵਗੈਰਾ ਆ ਗਿਆ। ਫਿਰ ਕਪਲਿੰਗ ਬਿਟਵੀਨ ਬੇਸਿਕ ਯੂਨਿਟਸ, ਇਹ ਬਾਇਓਮੋਲੀਕਿਊਲਸ ਵਾਲਾ ਚੈਪਟਰ ਆ ਗਿਆ। ਦੈਨ ਈਐਸਆਰ ਫ੍ਰੀਕੁਐਂਸੀ, ਹੁਣ ਇੱਥੋਂ ਤੁਸੀਂ ਦੇਖੋਗੇ ਬਹੁਤ ਸਾਰੇ ਕੁਐਸਚਨ ਹੈ ਜਿਹੜੇ ਤੁਹਾਡੇ ਸਪੈਕਟ੍ਰੋਸਕੋਪੀ ਤੋਂ ਦੇਖਣ ਨੂੰ ਮਿਲਦੇ ਆ। ਹਾਲੇ 42 ਕੁਐਸਚਨਸ ਆਪਾਂ ਕੀਤੇ ਆ। ਕੋਈ ਵੀ ਕੁਐਸਚਨ ਤੁਹਾਨੂੰ ਐਵੇਂ ਲੱਗੇ ਕਿ ਜੇ ਤੁਸੀਂ ਤਿਆਰੀ ਕੀਤੀ ਹੁੰਦੀ ਤਾਂ ਹੋ ਹੀ ਨਹੀਂ ਪਾਣਾ ਸੀ। ਬਹੁਤ ਜ਼ਿਆਦਾ ਔਖਾ ਪੇਪਰ ਨਹੀਂ ਹੈਗਾ। ਇਹਦੀ ਤਿਆਰੀ ਜੇ ਤੁਸੀਂ ਡੈਡੀਕੇਟਿਡਲੀ ਕਰ ਲੈਂਦੇ ਹੋ, ਇੱਕ ਇੱਕ ਚੀਜ਼ ਕਰਦੇ ਹੋ, ਰਿਵਾਈਜ਼ ਕਰਦੇ ਹੋ, ਮੌਕ ਟੈਸਟ ਲਗਾਉਂਦੇ ਹੋ, ਤੁਹਾਨੂੰ ਕੋਈ ਵੀ ਡਿਫਿਕਲਟੀ ਨਹੀਂ ਆਏਗੀ। ਤੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਵੀ ਆਪਣੀ ਕਲਾਸਿਸ ਚੱਲ ਰਹੀਆਂ ਨੇ, ਉਹਨਾਂ ਕਲਾਸਿਸ ਵਿੱਚ ਆਪਾਂ ਜਿਹੜੇ ਸਾਰੇ ਕੁਐਸਚਨ ਨੇ PYQs ਨੇ, ਜਿਹੜਾ ਜਿਹੜਾ ਚੈਪਟਰ ਹੋਏਗਾ ਉਹਦੇ ਉਵੇਂ ਉਵੇਂ ਕਵਰ ਕਰਾਂਗੇ। ਜਿਵੇਂ AL+3 ਵਾਲਾ ਕੁਐਸਚਨ ਮੈਂ ਤੁਹਾਡਾ ਉਸ ਦਿਨ ਹੀ ਕਵਰ ਕਰਾਤਾ ਸੀ। ਹੁਣ ਮੈਰਾਥਨ ਜਿਹੜਾ ਹੋਏਗਾ ਉਹਦੇ ਵਿੱਚ ਜਿਵੇਂ atomic structure, some basic concepts of chemistry ਤੇ chemical periodicity, ਆਪਣੇ ਆ ਤਿੰਨ ਚੈਪਟਰ ਹੋਏ ਨੇ ਤੇ ਤਿੰਨਾਂ ਦੇ PYQs ਵੀ ਇਨਕਲੂਡਡ ਹੋਣਗੇ ਤੇ ਜਿਹੜੇ ਥੋੜੇ ਡਿਫਿਕਲਟੀ ਲੈਵਲ ਦੇ ਕੁਐਸਚਨ ਨੇ ਉਹ ਵੀ ਇਨਕਲੂਡਡ ਹੋਣਗੇ। ਕਿ ਮੰਨ ਲਓ ਜੇ ਐਗਜ਼ਾਮੀਨਰ ਦਾ ਮਨ ਕਰ ਗਿਆ ਕਿ ਹਾਂ ਥੋੜਾ ਜਿਹਾ ਹਾਈ ਲੈਵਲ ਕਰਦੇ ਆ ਪੇਪਰ ਦਾ, ਤਾਂ ਵੀ ਤੁਸੀਂ ਸੋਲਵ ਕਰ ਪਾਓਗੇ। ਸੋ ਵੇਟ ਫॉर दैट ਮੈਰਾਥਨ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਿਰ ਐਨ, ਹੁਣ ਤੁਸੀਂ ਸਿੱਧਾ NMR ਤੇ ਕੁਐਸਚਨ ਕਾਊਂਟ ਕਰਦੇ ਜਾਓ, ਕਾਊਂਟ ਕਰਦੇ ਜਾਓ 1 2 3, ਠੀਕ ਹੈ। ਸਾਰੇ ਸਪੈਕਟ੍ਰੋਸਕੋਪੀ ਦੇ ਕੁਐਸਚਨ ਹੈ ਕਿਉਂਕਿ ਸਪੈਕਟ੍ਰੋਸਕੋਪੀ ਤੁਹਾਡੀ ਆਰਗੈਨਿਕ, ਇਨਆਰਗੈਨਿਕ, ਫਿਜ਼ੀਕਲ ਤਿੰਨਾਂ ਵਿੱਚ ਹੈ ਤੇ ਤਿੰਨਾਂ ਨੂੰ ਮਿਲਾ ਕੇ ਤੁਹਾਡੇ ਐਟਲੀਸਟ 20 ਤੋਂ 25 ਮਾਰਕਸ ਦਾ ਕੰਮ ਪਹੁੰਚ ਜਾਂਦਾ ਹੈ। ਸਪੈਕਟ੍ਰੋਸਕੋਪੀ ਨੂੰ ਬਹੁਤ ਅੱਛੀ ਤਰ੍ਹਾਂ ਕਰਨਾ ਹੈ। ਹੁਣ ਇਹ ਕੁਝ ਦੇ ਬੇਸਿਕ ਲੈਵਲ ਦੇ ਕੁਐਸਚਨ ਵੀ ਨੇ, ਕੁਝ ਆਪਾਂ ਨੂੰ ਹਾਰਡ ਵੀ ਦਿਖਣਗੇ। ਆ ਵੇਖੋ ਤਿੰਨ ਤਾਂ ਬੇਸਿਕ ਹੋ ਗਏ, 4th 5th है ना, 5 नहीं 4 क्वेश्चन हो गए ਇੱਥੇ ਤੱਕ NMR ਦੇ। ਉਸ ਤੋਂ ਬਾਅਦ ਐਕਟੀਵਿਟੀ ਆਫ ਐਂਜ਼ਾਈਮ, ਰੇਟ ਰਿਐਕਸ਼ਨ, pH ਪੁੱਛ ਲਈ। ਦੈਨ ਮੀਨ ਫ੍ਰੀ ਪਾਥ, ਥਰਮੋਡਾਇਨਾਮਿਕਸ ਦਾ ਕੁਐਸਚਨ ਹੋ ਗਿਆ। ਕ੍ਰਿਟੀਕਲ ਟੈਂਪਰੇਚਰ ਥਰਮੋਡਾਇਨਾਮਿਕਸ ਤੋਂ ਹੋ ਗਿਆ। ਤੁਸੀਂ ਦੇਖ ਰਹੇ ਹੋਗੇ ਕਿ ਥਰਮੋਡਾਇਨਾਮਿਕਸ ਤੋਂ ਵੀ ਕਾਫੀ ਕੁਐਸਚਨ ਆਉਂਦੇ। ਫਿਜ਼ੀਕਲ ਕੈਮਿਸਟਰੀ ਇਜ਼ ਐਜ਼ ਇੰਪੋਰਟੈਂਟ। ਫਿਰ ਲੋਬਸ ਆਫ p orbital, be a positive and ਨੈਗੇਟਿਵ ਸਾਈਨ, ਤਾਂ ਇਹਦੇ ਵਿੱਚ ਇਹਨੂੰ ਕੀ ਇੰਡੀਕੇਟ ਕਰਦਾ ਹੈ ਕਿ lobes have positive and negative charges, lobe belongs to nucleus and negative lobe belongs to electron, that is a sign of a wave function, ਤਾਂ ਉਹ ਦੱਸਣਾ ਹੈ। ਫਿਰ ਇਹ ਉਹੀ ਆਪਣਾ ਕੈਮੀਕਲ ਪੀਰੀਓਡਿਸਿਟੀ ਤੋਂ ਕੁਐਸਚਨ ਆ ਗਿਆ, ਲਿਥੀਅਮ ਸੋਡੀਅਮ ਦਾ ਐਟਮ ਦਾ ਆਪਾਂ ਰੇਡੀਅਸ ਦੱਸਣਾ ਹੈ। ਦੈਨ ਇਲੈਕਟ੍ਰੋਨ ਅਫੀਨਿਟੀ, ਹਨਾ, ਇਹ ਸਾਰੀ ਚੀਜ਼ਾਂ ਆਪਾਂ ਕਰ ਚੁੱਕੇ ਹਾਂ ਪ੍ਰੀਵੀਅਸ ਲੈਕਚਰ ਵਿੱਚ ਤੇ ਆ ਕੁਐਸਚਨਸ ਮੈਂ ਲੈ ਕੇ ਆਵਾਂਗੀ, ਪੁੱਛਾਂਗੀ ਤੁਹਾਨੂੰ ਤੇ ਜਿਵੇਂ ਜਿਵੇਂ ਆਪਣਾ ਚੈਪਟਰ ਵਾਈਜ਼ ਹੋਈ ਜਾਏਗਾ ਨਾਲ ਨਾਲ ਜਿਹੜੇ ਕੁਐਸਚਨਸ ਆ ਉਹ ਡਿਸਕਸ ਹੋਈ ਜਾਣਗੇ, ਠੀਕ ਹੈ। ਹੁਣ ਰਿਡੌਕਸ ਤੋਂ ਕੁਐਸਚਨ ਆ ਗਿਆ, ਜਿਹੜਾ ore ਹੈ that was slowly oxidized was leached with water, the addition of scrap iron to give the solution, ਤਾਂ ਮੈਟਲਰਜੀ ਤੋਂ ਕੁਐਸਚਨ ਆ ਗਿਆ, ਸੌਰੀ ਇਹ। ਫਿਰ ਅਰਥ ਕੋਰ ਵਿੱਚ ਕਿਹੜੇ ਐਲੀਮੈਂਟਸ ਪ੍ਰੈਜ਼ੈਂਟ ਹੁੰਦੇ ਹੈ, ਬੌਕਸਾਈਟ ਹੋ ਗਿਆ। ਫੋਸਿਲ ਫਿਊਲ ਬਾਰੇ ਪੁੱਛ ਲਿਆ। ਪੈਸੇਜ ਆਫ ਸਟ੍ਰੀਮ ਓਵਰ ਅ ਹੌਟ ਕੋਕ, ਹਾਈਡਰੋਜਨ ਐਗਜ਼ਿਸਟ ਕਿਵੇਂ ਕਰਦਾ ਹੈ, ਤਿੰਨ ਸਟੇਟਸ ਵਿੱਚ ਕਰਦਾ ਹੈ, ਤਿੰਨ ਆਈਸੋਟੋਪ ਨੇ ਹੁੰਦੇ, ਹਨਾ। ਆਬਵੀਅਸਲੀ ਇਹ ਪਤਾ ਆਪਾਂ ਨੂੰ ਹਾਈਡਰੋਜਨ ਵਾਲਾ ਜਿਹੜਾ ਚੈਪਟਰ ਹੈ ਉਹ ਵੀ ਕਾਫੀ ਇੰਪੋਰਟੈਂਟ ਹੈ। Then imagine a nucleus measures in a diameter, then diameter of atom would be, ਤੇ atom ਦਾ diameter ਕਿੰਨਾ ਹੋਏਗਾ। ਉਸ ਤੋਂ ਬਾਅਦ stability of nucleus depend upon neutron proton ratio, ਕਿੰਨਾ ਹੋਣਾ ਚਾਹੀਦਾ ਹੈ। then for extraction of metal ion and aqueous ਜਾਂ acidic solution should be dissolved in, metal ion ਨੂੰ ਆਪਾਂ ਕਿਵੇਂ ਡਿਸਕਵਰ ਕਰਾਂਗੇ। ਉਸ ਤੋਂ ਬਾਅਦ NaCl ਦਾ ਸੋਲੂਸ਼ਨ ਆਪਾਂ ਕਿਸ ਵਾਸਤੇ ਯੂਜ਼ ਕਰਦੇ ਆ, ਇਹ ਯੂਜ਼ਸ ਵਾਲੇ ਜਿਹੜਾ ਚੈਪਟਰ ਉਹਦੇ ਚ ਆ ਜਾਏਗਾ। ਫਿਰ ਨਾਈਟ੍ਰੋਜਨ ਫਿਕਸੇਸ਼ਨ, ਬਾਇਓਲੋਜੀਕਲ ਨਾਈਟ੍ਰੋਜਨ ਸਾਈਕਲ, ਕਲੋਰੋਫਿਲ ਵਗੈਰਾ ਬਾਰੇ ਆਪਾਂ ਪੜ੍ਹਦੇ ਆ ਬਾਇਓ ਇਨਆਰਗੈਨਿਕ ਕੈਮਿਸਟਰੀ ਚ। ਬਾਇਓ ਇਨਆਰਗੈਨਿਕ ਦਾ ਪਾਰਟ ਹੈ ਸਾਰਾ। ਕੈਲਸ਼ੀਅਮ ਕਿਹੜਾ ਹੁੰਦਾ, ਕੈਲਸ਼ੀਅਮ ਫਾਸਫੇਟ ਹੁੰਦਾ, ਉਹਦੇ ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਦੈਨ ਸੋਲਿਬਿਲਿਟੀ ਦੀ ਗੱਲ ਕਰਨਾ, ਸੋਲਿਬਿਲਿਟੀ ਵਾਲਾ ਚੈਪਟਰ ਵੀ ਕਾਫੀ ਇੰਪੋਰਟੈਂਟ ਹੈ, ਇਹਦੇ ਤੋਂ ਵੀ ਕੁਐਸਚਨ ਆਉਂਦੇ। ਦੇਖੋ ਕੁਐਸਚਨ ਤੁਹਾਨੂੰ ਸਾਰੇ ਚੈਪਟਰਸ ਤੋਂ ਆਉਣਗੇ, ਐਟਲੀਸਟ 2 ਤੋਂ ਲੈ ਕੇ 3 ਤੱਕ ਤਾਂ ਹਰ ਕਿਸੇ ਚੈਪਟਰ ਵਿੱਚੋਂ ਆਉਣਗੇ ਹੀ ਆਉਣਗੇ ਕਿਉਂਕਿ ਤੁਹਾਡੇ 38 ਚੈਪਟਰਸ ਨੇ ਤੇ 150 ਕੁਐਸਚਨ ਨੇ, ਤਾਂ ਲਾ ਲਓ 2 ਕੁਐਸਚਨ ਤਾਂ ਈਚ ਚੈਪਟਰ ਵਿੱਚੋਂ ਆ ਹੀ ਸਕਦੇ ਨੇ, ਠੀਕ ਹੈ। ਦੈਨ ਫਾਰਮੂਲਾ ਆਫ ਬੇਕਿੰਗ ਪਾਊਡਰ, ਬਹੁਤ ਆਸਾਨ ਕੁਐਸਚਨ ਹੈ। ਅਮੰਗ ਅਲਕਲੀ ਮੈਟਲਸ ਮੋਸਟ ਅਬੰਡੈਂਟ ਕਿਹੜਾ ਹੈ, ਠੀਕ ਹੈ। then KMnO4 can be prepared
via solution using this. Then addition of concentrated sulfuric acid, then addition of chloride to palladium plus 2, the की बनेगा, है ना, टेट्राहाइड्रल बनेगा, ऑक्टाहाइड्रल कोऑर्डिनेशन का क्वेश्चन आ गया। फिर कोऑर्डिनेशन केमिस्ट्री इज आल्सो वेरी वेरी इंपॉर्टेंट चैप्टर। कोऑर्डिनेशन का आ देखो 1 2 3 4 आई क्वेश्चन हो गए 4 तक, ठीक है। फिफ्थ ए भी कोऑर्डिनेशन का हो गया। देन अमंग द स्टेटमेंट विच वन इज करेक्ट, अबंडेंस वाला है, एफ ते पी ब्लॉक वाला क्वेश्चन हो गया। फिर कोऑर्डिनेशन का आ गया सिक्स्थ क्वेश्चन। और ओरिजिन ऑफ एसिड रेन, बेसिक इन्वायरमेंटल केमिस्ट्री आ गई, है ना, ओजोन लेयर का कुछ पूछ लिया, इन्वायरमेंटल केमिस्ट्री आ गई। ग्रुप 3 एलिमेंट्स ਜਿਹੜੇ ਆਪਣੇ ਪੀ ਬਲੌਕ ਐਲੀਮੈਂਟਸ ਹੋ ਗਏ ਉਹਨਾਂ ਬਾਰੇ ਪੁੱਛ ਰਿਹਾ, ਜਿਓਮੈਟਰੀ ਪੁੱਛ ਲਈ ਇਹਨਾਂ ਦੀ, ਹਨਾ। ਤੇ ਇਹ ਜਿਹੜੇ ਹੈ ਪੀ ਬਲੌਕ, ਐਸ ਬਲੌਕ, ਡੀਐਫ ਬਲੌਕ, ਇਹ ਸਾਰੇ ਇਸ ਤਰ੍ਹਾਂ ਦੇ ਕੁਐਸਚਨ ਆਣਗੇ। ਹੁਣ ਜਿਹੜਾ ਐਜ਼ ਅ ਟੈਟਰਾਮਰ ਪੋਲੀਮਰ ਹੁੰਦਾ ਹੈ ਜਾਂ ਟੈਟਰਾਮਰ ਹੁੰਦਾ ਉਹ ਦੱਸਣਾ, ਤਾਂ ਤੁਹਾਨੂੰ ਇਹਨਾਂ ਦੇ ਸਾਰਿਆਂ ਦੇ ਸਟਰਕਚਰ ਪਤਾ ਹੋਣੇ ਚਾਹੀਦੇ ਨੇ। ਫਿਰ ਕੈਟੀਨੇਸ਼ਨ ਜਿਹੜੀ ਪ੍ਰੋਪਰਟੀ ਹੈ ਉਹ ਕੌਣ ਸ਼ੋ ਕਰਦਾ ਹੈ। ਦੈਨ ਫੋਸਫੇਟ ਫਰਟੀਲਾਈਜ਼ਰਸ ਜਿਹੜੇ ਯੂਜ਼ਸ ਵਾਲੀ ਕੈਮਿਸਟਰੀ ਇਨ ਐਵਰੀਡੇ ਲਾਈਫ ਹੈ ਉਹਦੇ ਤੋਂ ਕੁਐਸਚਨਸ ਨੇ ਕੁਝ, ਹਨਾ। ਫਿਰ ਰਿਐਕਸ਼ਨ ਹੋ ਗਈ। ਫਿਰ ਆ ਸਪੈਕਟਰਮ ਤੋਂ ਹੋਰ ਕੁਐਸਚਨ ਆ ਗਿਆ, ਮੈਨੂੰ ਲੱਗਦਾ ਇਹ ਆਪਾਂ 6 ਕਾਊਂਟ ਕਰ ਲਏ ਸੀ ਜਾਂ 5 ਜਾਂ 6ਵਾਂ ਜਾਂ 7ਵਾਂ ਹੈ ਨਾ ਕੁਐਸਚਨ। ਉਸ ਤੋਂ ਬਾਅਦ ਆ ਦੇਖੋ ਆਪਾਂ ਨੂੰ 7 ਹੀ ਮੰਨ ਲੈਂਦੇ ਆ, 8 9 10 10 ਕੁਐਸਚਨ ਆ ਹੋ ਗਏ। ਆ ਦੇਖੋ 11 12। ਅੱਛਾ ਮੈਂ ਤੁਹਾਨੂੰ ਦੱਸਦਾ ਜਿਹੜਾ ਆ ਵਾਲੇ 3 ਕੁਐਸਚਨ ਹੈ ਨਾ, ਐਜ਼ ਇਟ ਇਜ਼ ਤੁਹਾਡੇ 2021 ਵਾਲਾ ਜਿਹੜਾ ਪੇਪਰ ਹੈ ਉਹਦੇ ਵਿੱਚ ਰਿਪੀਟ ਵੀ ਹੋਇਆ, ਕੁਐਸਚਨਸ ਰਿਪੀਟ ਵੀ ਹੋ ਜਾਂਦੇ हैं, ठीक है। 13 14 15 15 क्वेश्चन हो गए स्पेक्ट्रोस्कोपी के। 17 18 19 ला लो इतने तक, तो 19 क्वेश्चंस अपन स्पेक्ट्रोस्कोपी के देखने को मिलते हैं। The presence of element in any by odd number of m by z by parent peak v 21, है ना। ਤੇ 21 ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲ ਗਏ ਹਲੇ ਤੱਕ ਇਹਦੇ ਸਪੈਕਟ੍ਰੋਸਕੋਪੀ ਵਾਲੇ ਚੈਪਟਰ ਦੇ। ਫਿਰ ਉਸ ਤੋਂ ਬਾਅਦ ਜਿਹੜੀ ਆਰਗੈਨਿਕ ਕੈਮਿਸਟਰੀ ਹੈ, ਹੁਣ ਤੁਹਾਨੂੰ ਉਹਦੇ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਣਗੇ। ਜਿਹੜੇ ਆਰਗੈਨਿਕ ਰੀਏਜੈਂਟਸ ਨੇ, ਆਰਗੈਨਿਕ ਕੈਮੀਕਲ ਰਿਐਕਸ਼ਨਸ ਨੇ ਕਿਵੇਂ ਹੁੰਦੀਆਂ ਨੇ, ਉਹਨਾਂ ਤੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਐਲਡੀਹਾਈਡ ਐਂਡ ਐਸੀਟੋਨ ਕਿਵੇਂ ਡਿਫਰੈਂਸ਼ੀਏਟ ਹੁੰਦਾ ਹੈ, presence of covalent nitrogen in organic compound, then azodite test, then correct order of acidity। फिर NMR स्पेक्ट्रम ਦਾ ਦੁਬਾਰਾ ਕੁਐਸਚਨ ਆ ਗਿਆ, 22ਵਾਂ ਕੁਐਸਚਨ ਹੋ ਗਿਆ, ਹਨਾ। ਫਿਰ ਆ ਤੁਸੀਂ ਹੁਣ ਆਰਗੈਨਿਕ ਕੈਮਿਸਟਰੀ ਦੇ ਰਿਐਕਸ਼ਨਸ ਦੇਖੀ ਚੱਲੋ, ਮੈਂ ਸਾਰੇ ਨੇ ਡਿਸਕਸ ਕਰਦੀ। ਆ ਰਿਐਕਸ਼ਨ ਬੇਸਡ ਕੁਐਸਚਨ ਆ ਗਿਆ ਫਿਰ ਤੋਂ, ਹਨਾ। ਉਸ ਤੋਂ ਬਾਅਦ ਕਾਇਰਲ ਸੈਂਟਰਸ, ਇਹ ਵੀ ਥੋੜਾ ਆਪਣਾ ਆਰਗੈਨਿਕ ਦਾ ਚਲੋ ਬੇਸਿਕ ਵਾਲਾ ਹੋ ਗਿਆ। ਤੇ ਇਹ ਥੋੜੇ ਹੁਣ ਆ ਜਿਹੜੇ ਕੁਐਸਚਨ ਨੇ ਇਹ ਬੈਚਲਰਸ ਲੈਵਲ ਦੇ ਹੋ ਗਏ, ਜਿੰਦੇ ਵਿੱਚ ਆਪਾਂ ਕਾਇਰਲ ਸੈਂਟਰਸ ਵਗੈਰਾ ਦੱਸਦੇ ਆ, ਹਨਾ। ਸਟੀਰੀਓ ਆਈਸੋਮੈਰਿਜ਼ਮ ਦੀ ਗੱਲ ਕਰਨੇ ਆ। ਫਿਰ ਆ ਪ੍ਰੋਡਕਟਸ ਆਫ ਰਿਐਕਸ਼ਨ ਤੁਸੀਂ ਦੇਖੀ ਚੱਲੋ। ਹੁਣ ਜਰਨਲੀ ਸਾਰੇ ਰਿਐਕਸ਼ਨ ਬੇਸਡ ਕੁਐਸਚਨ ਤੁਹਾਨੂੰ ਮਿਲਣਗੇ 150 ਤੱਕ। ਹੁਣ ਇਹ ਸਾਰੇ ਦਾ ਸਾਰਾ ਲੈਵਲ ਜਿਹੜਾ ਆਪਾਂ ਦੇਖੀਏ ਬੀਐਸਸੀ ਲੈਵਲ ਤੱਕ ਦਾ ਹੈ, ਹਨਾ। ਜਿੰਨੇ ਵੀ ਕੁਐਸਚਨ ਦੇਖੋ ਡਾਇਆਸਟੀਰੀਓਟਿਜ਼ਮ, ਹਨਾ, ਸਾਰੇ ਜਿਹੜੇ ਕੁਐਸਚਨ ਹੈ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ। ਡਾਇਆਸਟੀਰੀਓਮਰਸ, ਠੀਕ ਹੈ। ਤੇ ਫਿਰ ਹੋਣਾ ਸਪੈਕਟ੍ਰੋਸਕੋਪੀ ਦਾ ਇੱਕ ਦਾ ਕੁਐਸਚਨ ਹੋਰ ਰਿਪੀਟ ਹੋ ਗਿਆ। ਓਵਰਆਲ ਆ ਜਿਹੜੇ ਸਾਰੇ ਨੇ ਮਤਲਬ ਕਿ 100 ਤੋਂ ਲੈ ਕੇ ਤੇ 150 ਤੱਕ ਆਲਮੋਸਟ ਸਾਰੇ ਦੇ ਸਾਰੇ ਕੁਐਸਚਨ ਕਿਹੜੇ ਨੇ, ਰਿਐਕਸ਼ਨ ਬੇਸਡ ਨੇ। ਕੁਝ ਇੱਕ ਦੋ ਕੁਐਸਚਨਸ ਕੋਈ ਹੋਰ ਨੇ, ਬਾਕੀ ਸਾਰੇ ਆਰਗੈਨਿਕ ਕੈਮਿਸਟਰੀ ਰਿਐਕਸ਼ਨ ਬੇਸਡ, ਕੋਈ ਰੀਏਜੈਂਟ ਬੇਸਡ ਜਾਂ ਸਪੈਕਟ੍ਰੋਸਕੋਪੀ। ਤੇ ਸਪੈਕਟ੍ਰੋਸਕੋਪੀ ਨੂੰ ਤੁਸੀਂ ਲਾ ਲਓ 20 ਮਾਰਕਸ ਤੇ ਆਰਗੈਨਿਕ ਕੈਮਿਸਟਰੀ ਨੂੰ ਤੁਸੀਂ ਲਾ ਲਓ ਜਿਹੜੀ ਐਡਵਾਂਸ ਤੇ ਸਾਰੀ ਮਿਲਾ ਕੇ 45 ਮਾਰਕਸ ਦੀ ਆਰਗੈਨਿਕ ਕੈਮਿਸਟਰੀ ਆਉਂਦੀ ਹੈ, ਠੀਕ ਹੈ। 20 ਮਾਰਕਸ ਦੀ ਸਪੈਕਟ੍ਰੋਸਕੋਪੀ ਹੋਗੀ, 65 ਮਾਰਕਸ ਦਾ ਤੁਸੀਂ ਇੱਥੋਂ ਗੇਨ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਚੀਜ਼ ਹੈ, ਜਿਵੇਂ ਫਿਜ਼ੀਕਲ ਕੈਮਿਸਟਰੀ ਦੇ ਕੁਝ ਇੰਪੋਰਟੈਂਟ ਚੈਪਟਰ ਹੈ, ਕੈਮੀਕਲ ਕਾਈਨੈਟਿਕਸ, ਇਕੁਇਲਿਬ੍ਰੀਅਮ, ਆਇਨਿਕ ਹੋ ਜਾਏ, ਫੇਜ਼ ਇਕੁਇਲਿਬ੍ਰੀਅਮ ਹੋ ਜਾਏ, ਕੋਈ ਵੀ ਇਕੁਇਲਿਬ੍ਰੀਅਮ ਹੋ ਜਾਣ, ਕੈਮੀਕਲ ਕਾਈਨੈਟਿਕਸ ਹੋਗੀ, ਕੋਲੀਜਨ ਥਿਊਰੀ ਹੋਗੀ, ਇਸ ਜਿਹੜੇ ਸਾਰੇ ਚੈਪਟਰਸ ਨੇ ਮਿਲਾ ਜੁਲਾ ਕੇ ਇੱਥੋਂ 30 ਮਾਰਕਸ ਦੇ ਕੁਐਸਚਨ ਆ
रिमेनिंग ਜਿਹੜੇ ਬਾਕੀ ਫਿਜ਼ੀਕਲ ਦੇ ਚੈਪਟਰਸ ਨੇ ਜਾਂ ਫਿਰ ਇਨਆਰਗੈਨਿਕ ਕੈਮਿਸਟਰੀ ਤੋਂ, ਠੀਕ ਹੈ, ਇਹ ਆਪਣੇ 95 ਹੋ ਗਏ, ਬਾਕੀ 55 ਇਨਆਰਗੈਨਿਕ ਕੈਮਿਸਟਰੀ ਪਲੱਸ ਰਿਮੇਨਿੰਗ ਜਿਹੜੇ ਫਿਜ਼ੀਕਲ ਦੇ ਚੈਪਟਰ ਨੇ। ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਆਪਣੇ ਕੋਲ ਨੇ ਉਹ ਕੁਐਸਚਨ ਪੁੱਛੇ ਜਾਂਦੇ, ਬਹੁਤ ਜ਼ਿਆਦਾ ਔਖੇ ਕੁਐਸਚਨ ਨਹੀਂ ਹੈ, ਬਟ ਹਾਂ ਕੁਝ ਕੋ ਰੀਏਜੈਂਟਸ ਜਾਂ ਜਿਹੜੀ ਕੁਝ ਕੋ ਰਿਐਕਸ਼ਨਸ ਨੇ ਉਹ ਤੁਹਾਡੀ ਬੈਚਲਰਸ ਤੇ ਮਾਸਟਰਸ ਲੈਵਲ ਵਿੱਚ ਆਉਂਦੀਆਂ ਨੇ, ਉਹ ਤੁਹਾਨੂੰ ਪੜ੍ਹਨੀਆਂ ਪੈਣਗੀਆਂ, ਖਾਸ ਕਰਕੇ ਆਰਗੈਨਿਕ ਕੈਮਿਸਟਰੀ ਲਈ। ਇਨਆਰਗੈਨਿਕ ਵਾਲੇ ਜਿਹੜੇ ਬੇਸਿਕ ਚੈਪਟਰ ਨੇ ਫਿਰ ਵੀ 11th 12th ਨਾਲ ਕੰਮ ਕਰ ਚੱਲ ਜਾਏਗਾ, ਪਰ ਇਹ ਤੁਹਾਨੂੰ ਥੋੜਾ ਹਾਇਰ ਲੈਵਲ ਤੇ ਪੜ੍ਹਨਾ ਪਏਗਾ, ਜਿਹੜਾ ਸਪੈਕਟ੍ਰੋਸਕੋਪੀ ਤੇ ਆਰਗੈਨਿਕ ਕੈਮਿਸਟਰੀ ਵਾਲਾ ਪਾਰਟ ਹੈ। ਕਿਉਂਕਿ ਦੇਖੋ ਜਿਹੜੀ ਚੀਜ਼ਾਂ ਆਸਾਨ ਨੇ 11th 12th ਲੈਵਲ ਦੀਆਂ ਨੇ, ਹਨਾ, ਅਰਾਊਂਡ 100 ਮਾਰਕਸ ਦਾ ਪੇਪਰ 150 ਚੋਂ 11th 12th ਲੈਵਲ ਦਾ ਆਏਗਾ, ਇਹ ਪਰ ਸਾਰੇ ਜਿਨੇ ਹੀ ਕਰ ਲੈਣਗੇ। ਤੁਹਾਡੀ ਜਿਹੜੀ ਸਿਲੈਕਸ਼ਨ ਦੀ ਸ਼ੋਰਿਟੀ ਹੋਏਗੀ ਉਹ ਕਿੱਥੋਂ ਹੋਏਗੀ? ਸਪੈਕਟ੍ਰੋਸਕੋਪੀ ਤੇ ਆਰਗੈਨਿਕ ਵਾਲੇ ਚੈਪਟਰ ਵਿੱਚ, ਠੀਕ ਹੈ, ਜਿੰਦੇ ਵਿੱਚ ਕੁਝ ਹਾਈ ਲੈਵਲ ਦੇ ਬੀਐਸਸੀ ਤੇ ਐਮਐਸਸੀ ਦੇ ਐਡਵਾਂਸ ਕਨਸੈਪਟਸ ਵੀ ਹੋਣਗੇ। ਤਾਂ ਤੁਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਜਿਹੜੇ ਸਾਡੇ ਐਡਵਾਂਸ ਕਨਸੈਪਟਸ ਨੇ ਉਹਨਾਂ ਨੂੰ ਆਪਾਂ ਕਿਵੇਂ ਸਮਝੀਏ, ਕਿਵੇਂ ਜਾਣੀਏ, ਤੇ ਇਹ ਜਿਹੜੇ ਚੈਪਟਰਸ ਰਹਿਣਗੇ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣਗੇ। ਆਈ ਹੋਪ ਆਈ ਐਮ ਕਲੀਅਰ ਵਿਦ ਦਿਸ ਥਿੰਗ। ਜੇ ਕਿਸੇ ਨੂੰ ਕੋਈ ਵੀ ਡਾਊਟ ਹੈ, ਕੋਈ ਵੀ ਸ਼ੰਕਾ ਹੈ ਕਿ ਮੈਮ ਸਾਨੂੰ ਨਹੀਂ ਸਮਝ ਆ ਰਿਹਾ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ, ਤਾਂ ਉਹਨੂੰ ਪਤਾ ਚੱਲ ਗਿਆ ਹੋਏਗਾ ਹੁਣ ਕਿ ਕਿਹੜੇ ਚੈਪਟਰ ਕਿੰਨੀ ਇੰਪੋਰਟੈਂਸ ਰੱਖਦੇ ਆ। ਤੇ ਮੈਂ ਤੁਹਾਨੂੰ ਕਦੇ ਵੀ ਆ ਸੁਜੈਸਟ ਨਹੀਂ ਕਰੂੰਗੀ ਕਿ ਆ ਪਾਰਟਿਕੂਲਰ ਚੈਪਟਰ ਹੈ, ਸਪੈਕਟ੍ਰੋਸਕੋਪੀ ਤੋਂ ਜ਼ਿਆਦਾ ਕੁਐਸਚਨ ਆਉਂਦੇ ਨੇ ਤਾਂ ਇਸ ਸਾਲ ਵੀ ਆਣਗੇ। ਤੁਸੀਂ ਹਰ ਤਰ੍ਹਾਂ ਲਈ ਪ੍ਰਿਪੇਅਰਡ ਰਹਿਣਾ, ਕਿਉਂਕਿ ਆਪਣੀ ਸੀਟਸ ਕਿਨੇ ਘੱਟ ਨੇ, ਠੀਕ ਹੈ। ਬੇਸਿਕ ਟੂ ਐਡਵਾਂਸ ਸਭ ਕੁਝ ਹੋਣਾ ਚਾਹੀਦਾ ਤੁਹਾਨੂੰ, ਹਰ ਤਰ੍ਹਾਂ ਦਾ ਬੇਸਿਕ ਤੇ ਹਰ ਤਰ੍ਹਾਂ ਦਾ ਐਡਵਾਂਸ ਕੁਐਸਚਨ ਇਸ ਕੁਐਸਚਨ ਪੇਪਰ ਤੋਂ ਦਿਖ ਰਿਹਾ ਕਿ ਐਡਵਾਂਸ ਕੁਐਸਚਨ ਵੀ ਪੁੱਛੇ ਗਏ ਨੇ ਤੇ ਬਿਲਕੁਲ ਬੇਸਿਕ ਕੁਐਸਚਨ ਵੀ ਪੁੱਛੇ ਗਏ ਨੇ, ਠੀਕ ਹੈ। ਤੇ ਇਸ ਗੱਲ ਨੂੰ ਦੇਖ ਕੇ ਓਵਰ ਐਕਸਾਈਟਡ ਵੀ ਨਹੀਂ ਹੋਣਾ ਕਿ ਹਾਂ ਆਸਾਨ ਹੈ। ਡਿਫਿਕਲਟੀ ਲੈਵਲ ਵੀ ਉਹ ਇਸ ਵਾਰੀ ਵਧਾ ਸਕਦੇ ਨੇ, ਜਦੋਂ ਸੀਟਾਂ ਜ਼ਿਆਦਾ ਨੇ, ਸੀਟਾਂ ਘੱਟ ਨੇ ਤੇ ਬੱਚੇ ਜ਼ਿਆਦਾ ਨੇ, ਤਾਂ ਜਨਰਲੀ ਡਿਫਿਕਲਟੀ ਲੈਵਲ ਵੱਧ ਸਕਦਾ ਹੈ। ਤੇ ਬੇਸਿਕ ਚੀਜ਼ਾਂ ਤੁਹਾਨੂੰ ਆਣੀਆਂ ਹੀ ਆਣੀਆਂ ਚਾਹੀਦੀਆਂ। 100 ਕੋ ਮਾਰਕਸ ਦਾ ਬੇਸਿਕ 11th 12th ਤੋਂ ਆ ਜਾਂਦਾ ਹੈ। ਬਾਕੀ ਜੇ ਤੁਸੀਂ 50 ਮਾਰਕਸ ਗੇਨ ਕਰਨੇ ਹੈ ਤਾਂ ਤੁਸੀਂ ਬੀਐਸਸੀ ਤੇ ਐਮਐਸਸੀ ਦਾ ਪੜ੍ਹਨਾ ਹੀ ਪੜ੍ਹਨਾ ਹੈ। ਆਈ ਹੋਪ ਆਈ ਐਮ ਕਲੀਅਰ ਵਿਦ ਦਿਸ ਥਿੰਗ। ਹੁਣ ਆਹ ਵਾਲਾ ਜਿਹੜਾ ਪੀਡੀਐਫ ਹੈ ਤੁਹਾਨੂੰ ਮਿਲੇਗਾ ਸਾਇੰਸ ਬਾय रिदम मैम, ठीक है। ये वाला पीडीएफ ਤੁਹਾਨੂੰ ਸਾਇੰਸ ਬਾय रिदम मैम ਵਿੱਚ ਮਿਲ ਜਾਏਗਾ। ਸੋ ਦੈਟਸ ਇਟ ਫਰॉम ਮਾਈ ਸਾਈਡ। ਕਿਸੇ ਨੂੰ ਕੋਈ ਕਨਫਿਊਜ਼ਨ ਹੈ ਕਿ ਮੈਮ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਹੈ, ਜਿੰਨੇ ਵੀ ਆ ਕੁਐਸਚਨਸ ਨੇ ਤੁਸੀਂ ਐਨਾਲਾਈਜ਼ ਕਰਨਾ ਹੈ। ਆਪਾਂ ਕੁਝ ਕੋ ਕੁਐਸਚਨ ਤਾਂ ਦੇਖ ਲਏ, 20 25 ਆਪਾਂ ਕੁਐਸਚਨ ਪੜ੍ਹੇ, ਆਪਾਂ ਦੇਖ ਲਿਆ ਕਿ ਹਾਂ ਇਹ ਵਾਲੇ ਕੁਐਸਚਨ ਆਪਾਂ ਸੋਲਵ ਕਰ ਸਕਦੇ ਹਾਂ। ਕੁਝ ਕੋ ਹੈ ਕਿ ਤੁਹਾਨੂੰ ਪੜ੍ਹ ਕੇ ਜਿਵੇਂ ਉਹਨਾਂ ਰਿਐਕਸ਼ਨਸ ਫॉर ਐਗਜ਼ਾਮਪਲ ਯਾਦ ਨਾ ਆਣ ਜਾਂ ਸਪੈਕਟ੍ਰੋਸਕੋਪੀ ਦੇ ਕੁਐਸਚਨ ਯਾਦ ਨਾ ਆਣ, ਤਾਂ ਉਸ ਸਬਜੈਕਟ ਤੇ ਉਸ ਤੇ ਆਪਾਂ ਥੋੜਾ ਜਿਹਾ ज़्यादा टाइम लगावांगे। I hope I am clear with this thing. So that's it for the video. Thank you so much.